ਅੱਜ ਮੈਂ ਮੁੰਝਿਆ ਹੋਇਆ ਸਾਂ। ਖੌਰੇ ਅਸੀਂ ਸਦਾ ਲਈ ਵੱਖ ਹੋ ਗਏ ਹਾਂ। ਮੈਂ ਕੱਲ੍ਹ ਵੀ ਦਿਲ ਨੂੰ ਟਾਸ ਨਾ ਦਿੱਤੀ ਸੀ ਕਿ ਹੋਰ ਕੁਝ ਨਹੀਂ ਤੇ ਉਹ ਅੱਜ ਵਿਖਾਲੀ ਦੇਗੀ, ਪਰ ਉਸ ਦਿਨ ਵੀ ਉਹ ਨਜ਼ਰ ਹੀ ਨਾ ਆਈ। ਮੈਂ ਮਾਲ ਰੋਡ ਉੱਤੇ ਟੁਰਨਾ ਸ਼ੁਰੂ ਕਰ ਦਿੱਤਾ। ਕਦੇ ਕਿਸੇ ਕਿਤਾਬਾਂ ਵਾਲੀ ਦੁਕਾਨ ਉੱਤੇ ਖਲੋ ਜਾਂਦਾ ਤੇ ਲਹਿਜ਼ਾ ਕੋ ਰੁਕ ਕੇ ਫਿਰ ਟੁਰ ਪੈਂਦਾ, ਕਿਉਂ ਜੋ ਮੈਨੂੰ ਇਹ ਨਹੀਂ ਸੀ ਪਤਾ ਭਈ ਮੈਂ ਕੀ ਲੱਭ ਰਿਹਾ। ਮੈਂ ਇਕਲਾਪੇ ਦੀ ਬਸਤੀ ਵਿੱਚ ਟੁਰਦਾ, ਅੱਖੀਆਂ ਅੱਗੋਂ ਮੰਜ਼ਰ ਬਦਲਦੇ ਗਏ। ਜੋ ਨੈਣਾਂ ਨੂੰ ਤਰੇ ਸੀ ਉਹ ਕੁਝ ਹੋਰ ਸੀ। ਮੈਂ ਕੀ ਚਾਹੁੰਦਾ ਸਾਂ ਮੈਨੂੰ ਆਪ ਨੂੰ ਵੀ ਨਹੀਂ ਸੀ ਪਤਾ। ਮੈਂ ਤੇ ਬਸ ਕੁਝ ਲੱਭ ਰਿਹਾ ਸਾਂ ਆਪਣੀਆਂ ਅੰਨੀਆਂ ਅੱਖਾਂ ਨਾਲ, ਜਾਂ ਫਿਰ ਮੈਂ ਚਾਹੁੰਦਾ ਸਾਂ ਭਈ ਮੈਂ ਥੱਕ ਜਾਵਾਂ ਤਾਂ ਜੇ ਨੀਂਦਰ ਦੇ ਹੁਲਾਰੇ ਮੇਰੇ ਦੁੱਖਾਂ ਨੂੰ ਲੁਕੋ ਦੇਵਣ। ਮੈਂ ਸਿਰ ਸੁੱਟ ਕੇ ਅਥਰੂ ਡੋਲੀ ਜਾ ਰਿਹਾ ਸਾਂ। ਰਾਤ ਬਹੁਤ ਬੀਤ ਚੁੱਕੀ ਸੀ। ਰਾਹ ਵਿੱਚ ਆਉਣ ਵਾਲੇ ਅਵਾਰਾ ਕੁੱਤੇ ਜਿਹੜੇ ਮੇਰੇ ਹੰਝੂਆਂ 'ਤੇ ਹੱਸ ਰਹੇ ਸਨ, ਮੈਂ ਹੋਰ ਡਰ ਗਿਆ। ਰਾਤ ਦੇ ਹਨੇਰੇ ਵਿੱਚੋਂ ਇੱਕੋ ਹੀ ਰੰਗ ਦਿਸ ਰਿਹਾ ਸੀ, ਲਾਲ ਰੰਗ, ਜਿਹੜਾ ਕਦੇ ਕਾਲਾ ਹੋ ਜਾਂਦਾ ਸੀ ਤੇ ਕਦੇ ਨੀਲਾ। ਮੈਂ ਜਦੋਂ ਆਪਣੇ ਪਿੰਡੇ ਵੱਲੇ ਧਿਆਨ ਕਰਦਾ ਤੇ ਉਹਦੇ ਉੱਤੇ ਨੀਲ ਹੀ ਨੀਲ ਦਿਸਦੇ। ਫਿਰ ਮੈਂ ਜਦੋਂ ਆਪਣੀਆਂ ਅੱਖਾਂ ਨੂੰ ਹੌਸਲਾ ਕਰਕੇ ਤੱਕਣ ਦਾ ਹੁਕਮ ਦਿੰਦਾ ਤਾਂ ਉਹਨਾਂ ਨੂੰ ਚਿੱਕੜ ਤੇ ਖੋਬੇ ਵਿੱਚੋਂ ਕੋਈ ਰਾਹ ਨਾ ਦਿਸਦੀ ਤੇ ਮੈਂ ਖੋਬਿਆਂ ਵਿੱਚ ਡੁੱਬਦਾ ਜਾ ਰਿਹਾ ਸਾਂ, ਜਿਵੇਂ ਮੈਂ ਆਪਣੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਸਾਂ। ਮੈਨੂੰ ਪਤਾ ਵੀ ਨਾ ਲੱਗਿਆ ਕਿ ਸਾਰੇ ਰਾਹ ਮੁੱਕ ਗਏ। ਮੈਂ ਘਰ ਰੱਪੜ ਗਿਆ। ਪਰ ਮੇਰਾ ਘਰ ਤੇ ਇੱਕ ਬੰਦ ਗਲੀ ਸੀ, ਜਿੱਥੇ ਮੌਸਮਾਂ ਦੇ ਦਰਿਆ ਰੁਕ ਜਾਂਦੇ ਸਨ। ਮੈਂ ਜਦੋਂ ਆਪਣੇ ਧਿਆਨ ਦੀਆਂ ਅੱਖਾਂ ਖੋਲ੍ਹੀਆਂ ਤੇ ਮੈਨੂੰ ਆਪਣੀ ਮਾਂ ਜੀ ਦੀਆਂ ਉਡੀਕਾਂ ਦਿਸੀਆਂ, ਜਿਹੜੀਆਂ ਆਪਣੇ ਸਰਾਣੇ ਮੇਰੇ ਲਈ ਰੋਟੀ ਰੱਖੀ ਬੈਠੀ ਸਨ ਤੇ ਮੇਰੀ ਉਡੀਕ ਉਹਨਾਂ ਦੀਆਂ ਅੱਖੀਆਂ ਨੂੰ ਲਾਲ ਕਰ ਰਹੀ ਸੀ। ਮੇਰੇ ਦਿਲ ਵਿੱਚੋਂ ਕਈ ਆਵਾਜ਼ਾਂ ਨਿਕਲੀਆਂ, ਜਿਹੜੀਆਂ ਕੋਸੇ ਧੂਏ ਵਾਂਗਰ ਮੇਰੇ ਮੂੰਹ ਵੱਲ ਆਉਣ ਦੀ ਥਾਂ ਮੇਰੇ ਦਿਮਾਗ ਨੂੰ ਚੜ੍ਹ ਗਈਆਂ। ਕੁਝ ਦੇਰ ਮਗਰੋਂ ਜਦੋਂ ਮੈਂ ਡਿੱਗਿਆ ਤਾਂ ਮੈਨੂੰ ਜਾਪਿਆ ਭਈ ਮੈਂ ਆਪਣੇ ਬੂਹੇ ਅੱਗੇ ਖਲੋਤਾ ਖਲੋਤਾ ਸੋ ਗਿਆ ਸਾਂ। ਮੈਂ ਫਿਰ ਬੂਹੇ ਅੱਗੇ ਲੰਮੇ ਪੈ ਗਿਆ। ਠੰਡ ਮੇਰੇ ਪਿੰਡੇ ਦਾ ਧਰੂਸ ਕੱਢੀ ਜਾ ਰਹੀ ਸੀ, ਪਰ ਮੈਂ ਆਪਣੇ ਹੰਝੂਆਂ ਦੀ ਅੱਗ ਸੇਕਣ ਲੱਗ ਪਿਆ। ਮੈਂ ਹਯਾਤੀ ਵਿੱਚ ਪਹਿਲੀ ਵਾਰ ਬਾਂਗਾਂ ਉਡੀਕ ਰਿਹਾ ਸਾਂ। ਮੈਂ ਨਮਾਜ਼ ਨਹੀਂ ਸੀ ਪੜ੍ਹਨੀ, ਪਰ ਮੈਂ ਨਵੀਂ ਸਵੇਰ ਉਡੀਕ ਰਿਹਾ ਸਾਂ। ਮੈਂ ਸਾਰੀ ਰਾਤ ਨੂੰ ਆਪਣੀ ਤਲੀ 'ਤੇ ਰੱਖਿਆ ਤੇ ਮੈਨੂੰ ਦੋ ਤਾਰੇ ਨਜ਼ਰ ਆਏ। ਇੱਕ ਜਿਹੜਾ ਸ਼ਾਮ ਦੇ ਆਵਣ ਦਾ ਸੱਦਾ ਦਿੰਦਾ ਏ ਤੇ ਦੂਜਾ ਜਿਹੜਾ ਰਾਤ ਦੇ ਮੁੱਕ ਜਾਵਣ ਦਾ ਸੁਨੇਹਾ। ਫਿਰ ਨਮਾਜ਼ੀ ਆਵਣ ਜਾਵਣ ਲੱਗ ਪਏ। ਮੈਨੂੰ ਉਹਨਾਂ ਦੇ ਸਿਰਾਂ ਉੱਤੇ ਭਾਰੀਆਂ ਭਾਰੀਆਂ ਪੰਡਾਂ ਦਿਸੀਆਂ, ਜਿਹੜੀਆਂ ਉਹਨਾਂ ਨੇ ਆਪਣੀ ਅਗਲੀ ਦਿਹਾੜੀ ਦੇ ਦੁੱਖ ਬੱਧੇ ਹੋਏ ਸਨ, ਜਿਹੜੇ ਉਹਨਾਂ ਨੇ ਦੁਆਵਾਂ ਅੱਗੇ ਰੱਖਣੇ ਸਨ। ਪਰ ਉਹ ਆਪਣੀ ਰਾਤ ਦੇ ਹਨੇਰੇ ਉੱਤੇ ਦੁਖੀ ਨਹੀਂ ਸਨ, ਕਿਉਂ ਜੇ ਉਹਨਾਂ ਹਨੇਰਿਆਂ ਨੇ ਉਹਨਾਂ ਦੇ ਗੁਨਾਹਾਂ 'ਤੇ ਪਰਦਾ ਰੱਖਿਆ ਹੋਇਆ ਸੀ। ਮੈਨੂੰ ਕਦੀ ਵੀ ਸਵੇਰ ਹੋਣ ਦੀ ਐਡੀ ਖੁਸ਼ੀ ਨਹੀਂ ਸੀ ਹੋਈ। ਮੈਂ ਫਟਾਫਟ ਕਾਲਜ ਵੱਲ ਨੱਸ ਪਿਆ। ਰਾਹ ਵਿੱਚ ਆਉਣ ਵਾਲੇ ਸਾਰੇ ਸੋਹਣੇ ਤੇ ਕੋਝੇ ਅਤੇ ਕਚੱਜੇ ਰੰਗ ਇੱਕ ਲਮਹੇ ਲਈ ਆਉਂਦੇ ਤੇ ਫਿਰ ਪਿਛਾਂ ਨੂੰ ਪਰਤ ਜਾਂਦੇ। ਜਿਵੇਂ ਤੇਜ਼ ਗੱਡੀ ਚੱਲ ਰਹੀ ਹੋਵੇ ਤਾਂ ਮੰਜ਼ਰ ਇੱਕ ਝੱਟ ਲਈ ਦਿਸਦਾ ਏ, ਫਿਰ ਪਿਛਾਂ ਨੂੰ ਨੱਸਣ ਲੱਗ ਪੈਂਦਾ ਏ। ਮੈਂ ਇਕੱਲਾ ਹੀ ਅੱਗੇ ਵਧੀ ਜਾ ਰਿਹਾ ਸਾਂ। ਮੈਨੂੰ ਆਪਣਾ ਕਾਲਜ, ਜਿਸ ਨੂੰ ਮੈਂ ਕਦੀ ਹਯਾਤੀ ਜਿੰਨੀ ਵਡਿਆਈ ਦਿੰਦਾ ਸਾਂ, ਇੱਕ ਸਾਹ ਨਾਲੋਂ ਵੀ ਨਿੱਕਾ ਦਿਸਿਆ। ਮੈਂ ਇੱਕ ਥੰਮੇ ਨਾਲ ਟੇਕ ਲਾ ਕੇ ਬਹਿ ਗਿਆ ਤੇ ਮੇਰੇ ਸਾਹਮਣੇ ਵਾਲੇ ਬੂਟੇ 'ਤੇ ਮੇਰੀਆਂ ਸਧਰਾਂ ਇੱਕ ਕਾਂ ਦੇ ਰੰਗ ਵਿੱਚ ਆ ਕੇ ਬਹਿ ਗਈਆਂ। ਮੈਂ ਉਸ ਕਾਂ ਨੂੰ ਆਵਾਜ਼ ਮਾਰੀ ਕਿ ਉਹ ਮੇਰੇ ਕੋਲ ਆ ਜਾਏ। ਉਹ ਮੇਰੇ ਕੋਲ ਤਾਂ ਆ ਗਿਆ, ਪਰ ਬੋਲਿਆ ਨਹੀਂ। ਫਿਰ ਉਹ ਉੱਡ ਗਿਆ। ਮੈਂ ਡਰ ਗਿਆ, ਜਿਵੇਂ ਮੇਰੇ ਕੋਲ ਮੇਰਾ ਖੌਫ ਪਟਾਕੇ ਬਣ ਕੇ ਠਾ ਠਾ ਕਰ ਰਿਹਾ ਹੋਵੇ। ਮੈਂ ਬੜੀ ਔਖ ਨਾਲ ਇੱਕ ਨਿੱਕੇ ਜਿਹੇ ਕਮਰੇ ਵਿੱਚ ਵੜ ਗਿਆ, ਜਿਸ ਉੱਤੇ ਲਿਖਿਆ ਹੋਇਆ ਸੀ, ਤੇਰੀ ਹੁਣ ਕੋਈ ਲੋੜ ਨਹੀਂ। ਇਹ ਕਿੰਨੇ ਲਿਖਿਆ ਹੈ? ਕੋਈ ਨਹੀਂ ਸੀ ਜਾਣਦਾ, ਕਿਉਂ ਜੋ ਉਹ ਲਿਖਾਈ ਕਿਸੇ ਹੋਰ ਤੋਂ ਪਛਾਣੀ ਨਹੀਂ ਸੀ ਜਾਂਦੀ। ਮੈਂ ਹਰ ਪਾਸੇ ਆਪਣੀਆਂ ਖਿਲਰੀਆਂ ਅਤੇ ਘਬਰਾਈਆਂ ਹੋਈਆਂ ਸੋਚਾਂ ਵੇਖੀਆਂ, ਜਿਹੜੀਆਂ ਮੈਂ ਕਿਸੇ ਦੇ ਪੱਲੂ ਨਾਲ ਬੱਧੀਆਂ ਸਨ, ਪਰ ਉਹ ਤੇ ਆਪਣਾ ਪੱਲੂ ਉੱਥੇ ਛੱਡ ਕੇ ਕਿਧਰੇ ਟੁਰ ਗਈ ਸੀ। ਮੈਂ ਸੋਚਾਂ ਤੋਂ ਲੁਕਣ ਲਈ ਆਪਣੀ ਪਛਾਣ ਗਵਾ ਦੇਣਾ ਚਾਹੁੰਦਾ ਸਾਂ,
ਤਾਂ ਜੇ ਮੇਰੀਆਂ ਸੋਚਾਂ ਮੇਰੇ ਮਗਰ ਨਾ ਆਉਣ। ਮੈਂ ਕਿਤਾਬਾਂ ਦੇ ਓਹਲੇ ਬਹਿ ਗਿਆ। ਡਾਇਸ ਉੱਤੇ ਇੱਕ ਉਸਤਾਦ ਸਾਹਿਬ ਅਕਲਾਪੇ ਦੇ ਗੀਤ ਗਾਉਣ ਲੱਗ ਪਏ ਅਤੇ ਮੇਰੀਆਂ ਸੋਚਾਂ ਮਾਤਮ ਕਰਨ ਲੱਗ ਪਈਆਂ। ਉਹਨਾਂ ਦੇ ਪਿੱਟਣ ਨਾਲ ਮੇਰਾ ਦਿਮਾਗ ਖਰਾਬ ਹੋ ਗਿਆ। ਮੈਂ ਵੀ ਪਿੱਟਣਾ ਪਾ ਦਿੱਤਾ, ਕਿਉਂ ਜੇ ਮੈਂ ਰੋ ਨਹੀਂ ਸਾਂ ਸਕਦਾ। ਸਾਰੇ ਲੋਕੀ ਹੱਸਣ ਲੱਗ ਪਏ। ਮੈਂ ਚੁੱਪ ਕਰ ਗਿਆ। ਜਿਸ ਵੇਲੇ ਮੈਂ ਚੁੱਪ ਕੀਤਾ, ਮੇਰੇ ਸਾਹਮਣੇ ਇੱਕ ਸੋਚ ਰੰਗੀ ਆਵਾਜ਼ ਆ ਕੇ ਖਲੋ ਗਈ। ਮੈਂ ਆਪਣੇ ਕੰਨਾਂ ਨੂੰ ਪੁੱਛਿਆ, ਭਈ ਇਹ ਕਾਹਦੀ ਆਵਾਜ਼ ਹੈ? ਉਹਨਾਂ ਆਖਿਆ, ਇਹ ਕਿਸੇ ਦੀ ਪ੍ਰੇਮ ਕਥਾ ਹੈ। ਜਦੋਂ ਮੈਂ ਪ੍ਰੀਤ ਦਾ ਨਾਂ ਸੁਣਿਆ ਤਾਂ ਮੈਂ ਨੰਗਾ ਹੋ ਗਿਆ, ਕਿਉਂ ਜੇ ਮੇਰੇ ਲੀੜੇ ਮੇਰੇ ਦੁੱਖ ਸਨ ਅਤੇ ਪ੍ਰੀਤ ਨੇ ਮੇਰੇ ਦੁੱਖਾਂ ਨੂੰ ਲੀਰੋ ਲੀਰ ਕਰ ਛੱਡਿਆ ਸੀ। ਮੈਂ ਸਾਵੇ ਰੁੱਖਾਂ ਕੋਲੋਂ ਖੁਸ਼ੀਆਂ ਦਾ ਬਾਨਾ ਮੰਗਿਆ, ਜਿਹੜਾ ਉਹਨਾਂ ਨੇ ਮੈਨੂੰ ਕੁਝ ਦੇਰ ਲਈ ਦੇ ਦਿੱਤਾ। ਮੈਂ ਸਾਰੀ ਪ੍ਰੇਮ ਕਥਾ ਨੂੰ ਅੱਖਾਂ ਨਾਲ ਪੜ੍ਹਿਆ, ਪਰ ਉਸ ਪ੍ਰੇਮ ਕਥਾ ਵਿੱਚ ਮੇਰਾ ਨਾਂ ਨਹੀਂ ਸੀ। ਉਹ ਤਾਂ ਕਿਸੇ ਹੋਰ ਨਾਲ ਹੱਸ ਰਹੀ ਸੀ, ਕਿਉਂ ਜੇ ਉਹ ਮੇਰੇ ਨਾਲ ਰੋਣਾ ਨਹੀਂ ਸੀ ਚਾਹੁੰਦੀ। ਕਲਾਸ ਮੁੱਕ ਚੁੱਕੀ ਸੀ ਅਤੇ ਮੇਰੀਆਂ ਅੱਖਾਂ ਵੀ ਥੱਕ ਗਈਆਂ ਸਨ। ਰੁੱਖਾਂ ਨੇ ਮੈਥੋਂ ਖੁਸ਼ੀਆਂ ਰੰਗੇ ਲੀੜੇ ਵਾਪਸ ਮੰਗ ਲਏ, ਇਸ ਤੋਂ ਪਹਿਲਾਂ ਕਿ ਮੈਂ ਫੇਰ ਨੰਗਾ ਹੋ ਜਾਂਦਾ ਅਤੇ ਮੇਰੀਆਂ ਥੱਕੀਆਂ ਹੋਈਆਂ ਸੋਚਾਂ ਮੈਨੂੰ ਪਛਾਣ ਲੈਂਦੀਆਂ। ਮੈਂ ਕਲਾਸ ਵਿੱਚੋਂ ਨਿਕਲ ਕੇ ਨੱਸ ਪਿਆ। ਬਾਹਰ ਠੰਡੀ ਹਵਾ ਸੀ ਅਤੇ ਕਣੀਆਂ ਵੀ ਪੈ ਰਹੀਆਂ ਸਨ, ਪਰ ਮੇਰਾ ਕਾਲਜਾ ਲੂਸ ਰਿਹਾ ਸੀ। ਠੰਡ ਨਾਲੋਂ ਬਹੁਤੀਆਂ ਤੱਤੀਆਂ ਮੇਰੀਆਂ ਫਿਕਰਾਂ ਸਨ ਅਤੇ ਫਿਕਰਾਂ ਦੇ ਜੰਗਲ ਬੇਲੇ ਵਿੱਚ ਮੈਂ ਇਕੱਲਾ ਸਾਂ। ਮੈਂ ਘਰ ਨਹੀਂ ਸਾਂ ਅਪੜਿਆ, ਪਰ ਕਲਾਸ ਨਾਲੋਂ ਦੂਰ ਨਿਕਲ ਆਇਆ ਸਾਂ। ਮੈਂ ਜਦੋਂ ਵੀ ਸੋਚਦਾ, ਹੱਸਦੀ ਹੋਈ ਪ੍ਰੇਮ ਕਥਾ ਮੇਰੇ ਸਾਹਮਣੇ ਖਲੋ ਜਾਂਦੀ। ਮੈਂ ਹਾਸਿਆਂ ਦਾ ਵੈਰੀ ਨਹੀਂ ਸਾਂ, ਪਰ ਮੈਂ ਕਣੀਆਂ ਵਿੱਚ ਸੋਚਾਂ ਨੂੰ ਗਿੱਲਾ ਨਹੀਂ ਸਾਂ ਕਰਨਾ ਚਾਹੁੰਦਾ। ਸੁਰਮੇ ਵਰਗੀ ਸ਼ਾਮ ਘੇਰਾ ਕੱਤੀ ਆਉਂਦੀ ਸੀ। ਹੁਣ ਅਸਲੋਂ ਮੇਰੇ ਨੇੜੇ ਆ ਗਈ ਸੀ। ਮੈਂ ਉਹਦੇ ਸਾਹ ਨੂੰ ਆਪਣਾ ਸਾਹ ਸਮਝਣ ਲੱਗ ਪਿਆ। ਸਾਡਾ ਉਪਰੇਵਾਂ ਮੁੱਕਣ ਲੱਗ ਪਿਆ। ਮੈਂ ਦੂਜੀ ਰਾਤ ਦੇ ਜਗਰਾਤੇ ਲਈ ਆਪਣਾ ਸਿਰ ਅੱਗੇ ਡਾਹ ਦਿੱਤਾ। ਉਹ ਦੁੱਖਾਂ ਦੀ ਸੂਲੀ ਚਾੜ੍ਹ ਕੇ ਛਾਈ ਮਾਈ ਹੋ ਗਈ, ਜਿਵੇਂ ਕਦੀ ਮਿਲੀ ਨਾ ਹੋਵੇ।